Morning, students. So now let us continue with our urgent need for self-esteem. So we had talked about the two components of self-esteem, and then the basic challenges of life, and then the writer had stressed upon self-esteem as a basic human need. Clear कि मतलब इस तो बिना गुजारा ही नहीं है। फिर उन्हें की दसियां कई चीज़ां दसियां कि ਜਿਹੜੀਆਂ ਕਿਉਂ ਇਹਨੂੰ ਆਪਾਂ ਬੇਸਿਕ ਹਿਊਮਨ ਨੀਡ ਕਹਿੰਦੇ ਆ। ਠੀਕ ਕਿ ਔਰ ਫਿਰ ਉਹਨੇ ਕੀ ਗੱਲ ਕੀਤੀ ਹੈਗੀ, ਹੀ ਟਾਕਸ ਅਬਾਊਟ ਦ ਇੰਪੋਰਟੈਂਸ ਆਫ ਸੈਲਫ ਐਸਟੀਮ ਫॉर ਵਿਮਨ ਸਪੈਸ਼ਲੀ, ਕਿ ਵਿਮਨ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮਤਲਬ ਇਸ ਤੋਂ ਬਿਨਾ ਉਹ ਕੁਝ ਵੀ ਨਹੀਂ ਕਰ ਸਕਦੀਆਂ। ਆਪਣੇ ਮਤਲਬ ਆਪਣੇ ਵਿੱਚ ਕੌਨਫੀਡੈਂਸ ਜਿਹੜਾ ਉਹ ਵਿਮਨ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਲਾਈਫ ਉਹਨਾਂ ਵਾਸਤੇ ਕੀ ਹੈਗੀ ਹੈ, it is doubly challenging, क्योंकि they have to prove their worth in every way, क्योंकि नवीं चीज़ां कर रही हैगियां, अपने आप को प्रूव करना है उन्होंने। तो इस वास्ते औरतां तो इस तो बिना चल ही नहीं सकदियां। अ वुमन हू डज नॉट हैव अ हाई सैल्फ एस्टीम कैन नॉट सक्सीड इन लाइफ एट ऑल, कैन नॉट फंक्शन एट ऑल। ਜਿਹੜੀ ਕਿ ਔਰ ਫਿਰ ਉਹਨੇ ਅੱਗੇ ਕੀ ਗੱਲ ਕੀਤੀ ਹੈ, ਫॉर ਵਿਮਨ ਐਂਡ ਮੈਨ ਅਲਾਈਕ। ਫਿਰ ਉਹ ਕੀ ਕਹਿੰਦਾ ਕਿ ਵਿਮਨ ਅਤੇ ਮੈਨ ਦੋਨਾਂ ਵਾਸਤੇ ਕੀ ਹੈ, ਸੈਲਫ ਐਸਟੀਮ ਇਜ਼ ਵੈਰੀ ਇੰਪੋਰਟੈਂਟ। ਫਿਰ ਹੁਣ ਅੱਗੇ ਉਹ ਸਿਰਫ ਗੱਲ ਕਿਹਦੀ ਕਰੇਗਾ, ਹਾਈ ਸੈਲਫ ਐਸਟੀਮ ਦੀ। ਦੇਖੋ ਅਸੀਂ ਫਸਟ ਪੈਰਾਗ੍ਰਾਫ ਕਰ ਲਿਆ ਕਿ ਹਾਈ, ਜਿਹਦੇ ਵਿੱਚ ਹਾਈ ਸੈਲਫ ਐਸਟੀਮ ਹੈ, ਉਹ ਫਿਰ ਕੀ, ਉਹ ਆਪਣੀਆਂ ਮੰਜ਼ਿਲਾਂ ਵੀ ਉੱਚੀਆਂ ਰੱਖਦਾ ਅਤੇ ਔਖੀਆਂ ਰੱਖਦਾ ਹੈ, ਫਿਰ ਉਹਨਾਂ ਨੂੰ ਹਾਸਿਲ ਕਰਦਾ ਹੈ। ਠੀਕ ਹੈ, ਹੁਣ ਮੈਂ ਫਸਟ ਪੈਰਾਗ੍ਰਾਫ ਹੀ ਤੁਹਾਨੂੰ ਦੱਸ ਰਹੀ ਹਾਂ। ਇਹਦੇ ਵਿੱਚ ਹਾਈ ਸੈਲਫ ਐਸਟੀਮ ਬਾਰੇ ਉਹਨੇ ਗੱਲ ਕੀਤੀ ਹੈ ਕਿ ਮੰਜ਼ਿਲਾਂ ਉੱਚੀਆਂ ਰੱਖ ਕੇ ਫਿਰ ਜਦੋਂ ਉਹ ਔਖੀਆਂ ਮੰਜ਼ਿਲਾਂ ਤੈਅ ਕਰਦਾ ਹੈ ਹਾਈ ਸੈਲਫ ਐਸਟੀਮ ਵਾਲਾ ਵਿਅਕਤੀ, ਤਾਂ ਫਿਰ ਕੀ ਹੁੰਦਾ, ਉਹਦੀ ਕੌਨਫੀਡੈਂਸ ਹੋਰ ਵੱਧ ਜਾਂਦਾ, ਉਹਦੀ ਸੈਲਫ ਐਸਟੀਮ ਹੋਰ ਹਾਈ ਹੋ ਜਾਂਦੀ ਹੈ। ਅਤੇ ਇਸ ਤੋਂ ਵਿਪਰੀਤ ਜਿਹੜਾ ਲੋ ਸੈਲਫ ਐਸਟੀਮ ਵਾਲਾ ਹੈ, ਉਹ ਆਪਣੇ ਵਾਸਤੇ ਸੌਖੀਆਂ ਮੰਜ਼ਿਲਾਂ ਰੱਖਦਾ ਹੈ, ਔਰ ਜਦੋਂ ਉਹ ਹਾਸਿਲ ਕਰਦਾ ਹੈ ਫਿਰ ਉਸ ਤੋਂ ਬਾਅਦ ਉਹਨੂੰ ਕੀ ਲੱਗਦਾ ਹੈ, ਫਿਰ ਹੋਰ ਕੰਪਲੈਕਸ 'ਚ ਆ ਜਾਂਦਾ ਹੈ, ਹੋਰ ਉਹਦਾ ਕੌਨਫੀਡੈਂਸ ਘੱਟ ਜਾਂਦਾ, ਕਿਉਂਕਿ ਉਹਨੂੰ ਕੀ ਲੱਗਦਾ ਕਿ ਮੈਨੂੰ ਤਾਂ ਆਹੀ ਮਿਲਿਆ, ਮੈਂ ਇਹਦੇ ਹੀ ਕਾਬਿਲ ਸੀਗਾ। ਸੋ ਇਸ ਤਰ੍ਹਾਂ ਉਹਦਾ ਜਿਹੜਾ ਸੈਲਫ ਐਸਟੀਮ ਹੈ ਉਹ ਕੀ ਹੋ ਜਾਂਦਾ, ਉਹ ਲੋ ਤੋਂ ਲੋ ਹੁੰਦਾ ਜਾਂਦਾ। ਕਲੀਅਰ। ਹੁਣ ਤੁਸੀਂ ਦੇਖੋ ਹਾਈ ਸੈਲਫ ਐਸਟੀਮ ਬਾਰੇ ਹੀ ਗੱਲ ਹੋਏਗੀ ਅੱਗੇ। ਦੇਖੋ ਦ ਮੋਰ ਸੋਲਿਡ, ਸੋ ਦਿਸ ਇਜ਼ ਨਾਓ ਪੇਜ ਨੰਬਰ 40। The more solid our self-esteem, the better equipped we are to cope with troubles that arise in our careers or in our personal life. So ਫਿਰ ਉਹ ਕੀ ਕਹਿੰਦਾ ਕਿ ਜਿੰਨੀ ਸਾਡੀ ਸੈਲਫ ਐਸਟੀਮ ਸੋਲਿਡ ਹੋਏਗੀ, ਜਿੰਨੀ ਸਾਡੀ ਹਾਈ ਹੋਏਗੀ, ਉਨਾ ਹੀ ਅਸੀਂ ਪਰੇਸ਼ਾਨੀਆਂ ਦੇ ਨਾਲ ਸਾਹਮਣਾ ਅਸੀਂ ਕਰ ਸਕਦੇ ਹਾਂ। The better equipped we are to cope with troubles that arise in our careers or in our personal life. So ਅਸੀਂ ਉਨੇ ਹੀ ਵਧੀਆ ਤਰ੍ਹਾਂ ਦੇ ਨਾਲ ਅਸੀਂ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ ਹਾਂ। ਦੈਟ ਅਰਾਈਜ਼ ਇਨ ਆਵਰ ਕਰੀਅਰਸ ਔਰ ਇਨ ਆਵਰ ਪਰਸਨਲ ਲਾਈਫ। ਸੋ ਸਾਨੂੰ ਜੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਕੋਈ ਪ੍ਰੋਬਲਮ ਆਉਂਦੀ ਹੈ, ਉਹਨੂੰ ਅਸੀਂ ਬੈਟਰ ਡੀਲ ਕਰ ਸਕਦੇ ਹਾਂ। ਪਰਸਨਲ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਉਹਨੂੰ ਅਸੀਂ ਬੈਟਰ ਡੀਲ ਕਰ ਸਕਦੇ ਹਾਂ ਇਫ ਵੀ ਹੈਵ ਅ ਹਾਈ ਸੈਲਫ ਐਸਟੀਮ। ਦ ਕੁਇਕਰ ਵੀ ਆਰ ਟੂ ਪਿਕ ਆਰ ਸੈਲਵਸ ਅਪ ਆਫਟਰ ਅ ਫਾਲ। ਇਸੇ ਤਰ੍ਹਾਂ ਨਾਲ ਸਿਰਫ ਪ੍ਰੋਬਲਮਸ ਨੂੰ ਹੀ ਸੋਲਵ ਨਹੀਂ ਹੀ ਇਕੱਲਾ ਸੋਲਵ ਕਰਨ ਦੀ ਗੱਲ ਨਹੀਂ ਹੈ। ਈਵਨ ਇਫ ਥਿੰਗਸ ਡੂ ਨਾਟ ਗੋ ਆਵਰ ਵੇ ਐਂਡ ਈਵਨ ਇਫ ਵੀ ਫਾਲ, ਮਤਲਬ ਜੇ ਅਸੀਂ ਠੋਕਰ ਖਾ ਕੇ ਗਿਰ ਵੀ ਜਾਈਏ ਆਪਣੀ ਪਰਸਨਲ ਲਾਈਫ ਦੇ ਵਿੱਚ ਜਾਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ, ਤਦ ਵੀ ਕੀ ਹੈਗਾ, ਅ ਪਰਸਨ ਹੂ ਹੈਜ਼ ਅ ਹਾਈ ਸੈਲਫ ਐਸਟੀਮ ਵਿਲ ਗੈਟ ਅਪ ਵੈਰੀ ਕੁਇਕਲੀ। ਇਨ ਅਦਰ ਵਰਡਸ ਹੀ ਵਿਲ ਬਾਊਂਸ ਬੈਕ, ਕਿ ਉਹ ਵਾਪਸ ਆਪਣੇ ਪੁਰਾਣੀ ਫਾਰਮ ਦੇ ਵਿੱਚ ਬਹੁਤ ਜਲਦੀ ਆਉਂਦਾ ਹੈ, ਜਿਹਦੇ ਵਿੱਚ ਕਿ ਹਾਈ ਸੈਲਫ ਐਸਟੀਮ ਹੈ। ਔਰ ਜਿਹੜੇ ਵਿਅਕਤੀ ਦੇ ਵਿੱਚ ਲੋ ਸੈਲਫ ਐਸਟੀਮ ਹੈ, ਉਹ ਫਿਰ ਕੀ ਕਰਦਾ, ਡਿੱਗਿਆ ਦਾ ਡਿੱਗਿਆ ਹੀ ਰਹਿ ਜਾਂਦਾ ਹੈ। ਦ ਕੁਇਕਰ ਵੀ ਆਰ ਟੂ ਪਿਕ ਆਰ ਸੈਲਵਸ ਅਪ ਆਫਟਰ ਅ ਫਾਲ, ਪੇਜ ਨੰਬਰ 40 ਦਾ ਬਿਲਕੁਲ ਫਸਟ ਪੈਰਾਗ੍ਰਾਫ ਹੈ। ਦ ਮੋਰ ਐਨਰਜੀ ਵੀ ਹੈਵ ਟੂ ਬਿਗਿਨ ਐ ਨਿਊ। ਸੋ ਸਮਟਾਈਮਸ ਲਾਈਫ ਡੀਲਸ ਅਸ such a rough blow that we have that everything that we have is finished and we have to begin anew. Anew means ਮੁੜ ਕੇ ਸ਼ੁਰੂਆਤ ਕਰਨੀ ਪੈਂਦੀ ਹੈ। ਸੋ ਸਭ ਕੁਝ ਤਬਾਹ ਹੋ ਜਾਂਦਾ ਹੈ।
ਸੋ ਜਿਹਦੇ ਵਿੱਚ ਹਾਈ ਸੈਲਫ ਐਸਟੀਮ ਹੋਊਗੀ ਉਹ ਤਾਂ ਉੱਠ ਕੇ ਫਟਾਫਟ ਖੜਾ ਹੋ ਜਾਂਦਾ ਅਤੇ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ, ਦੁਬਾਰਾ ਤੋਂ ਆਪਣਾ ਜੀਵਨ ਸ਼ੁਰੂ ਕਰ ਸਕਦਾ। ਪਰ ਜਿਹਦੇ ਵਿੱਚ ਲੋ ਸੈਲਫ ਐਸਟੀਮ ਹੈ ਉਹ ਫਿਰ ਡਿੱਗਿਆ ਦਾ ਡਿੱਗਿਆ ਹੀ ਰਹਿ ਜਾਂਦਾ ਹੈ। ਸੋ ਤੁਸੀਂ ਕਈ ਵਾਰੀ ਲੋਕਾਂ ਨੂੰ ਮਿਲੇ ਹੋਣਗੇ। ਸੋ ਸਮ ਪੀਪਲ ਆਰ ਇਨ ਅ ਵੈਰੀ ਬੈਡ ਸ਼ੇਪ, ਔਰ ਉਹ ਫਿਰ ਕੀ ਤੁਹਾਨੂੰ ਇਫ ਯੂ ਆਸਕ ਦੈਮ ਫਿਜ਼ੀਕਲੀ ਬੈਡ ਸ਼ੇਪ ਜਾਂ ਅਦਰਵਾਈਜ਼ ਆਲਸੋ, ਐਂਡ ਇਫ ਯੂ ਆਸਕ ਦੈਮ then they will tell you that they had an accident, किसी भी तरह का कोई हादसा some 20 years back, and that has affected their life so deeply that it is not at all normal again। ਸੋ ਇੱਕ ਬੜੀ ਕਾਮਨ ਜੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ। ਕਈ ਲੋਕ ਹੁੰਦੇ ਜਿਹੜੇ ਕਿ ਬਹੁਤ ਮਾੜਾ ਐਕਸੀਡੈਂਟ ਹੋਇਆ ਹੁੰਦਾ ਅਤੇ ਉਹ ਤੁਸੀਂ ਦੇਖੋਗੇ ਵੀ ਇੰਨੀ ਫਿਰ ਫਟਾਫਟ ਉੱਠ ਪੈਂਦੇ ਆ ਦੁਬਾਰਾ ਤੋਂ ਔਰ ਕੋਸ਼ਿਸ਼ ਕਰਦੇ ਹੈ ਨੋਰਮਲ ਹੋਣ ਦੀ। ਔਰ ਕਈ ਹੈਗੇ ਜਿਹੜੇ ਫਿਰ ਬਸ ਜੀਣਾ ਹੀ ਛੱਡ ਦਿੰਦੇ ਆ ਕਿ ਹੁਣ ਇੰਨਾ ਵੱਡਾ ਹਾਦਸਾ ਵਾਪਰ ਗਿਆ, ਫਿਰ ਉਹ ਦੁਬਾਰਾ ਲਾਈਫ 'ਚ ਉੱਠ ਹੀ ਨਹੀਂ ਪਾਉਂਦੇ। ਸੋ ਜਿਹੜਾ ਉੱਠ ਪਾਉਂਦਾ ਵਿਅਕਤੀ ਉਹ ਅਸਲ 'ਚ ਕੌਣ ਹੁੰਦਾ, ਜਿਹਦੀ ਕਿ ਸੈਲਫ ਐਸਟੀਮ ਕੀ ਹੁੰਦੀ ਹੈ, ਹਾਈ ਹੁੰਦੀ ਹੈ। ਠੀਕ ਹੈ, ਨੈਕਸਟ, ਸੋ ਜਿਹਦੀ ਸੈਲਫ ਐਸਟੀਮ ਵਧੀਆ ਹੈਗੀ ਉਹ ਦੁਬਾਰਾ ਤੋਂ ਵੀ ਆਪਣਾ ਜੀਵਨ ਸ਼ੁਰੂ ਕਰ ਸਕਦਾ ਹੈ। ਜਦੋਂ ਲਾਈਫ ਠੋਕਰ ਮਾਰਦੀ ਹੈ ਉਹ ਗਿਰ ਜਾਂਦਾ ਹੈ, ਉਸ ਤੋਂ ਬਾਅਦ ਉਹ ਜਲਦੀ ਹੀ ਉੱਠ ਖੜਾ ਹੁੰਦਾ ਹੈ। ਨੈਕਸਟ ਦੇਖੋ ਹੁਣ, the higher our self esteem the more ambitious we tend to be। ਸੋ ਜਿੰਨੀ ਸਾਡੀ ਸੈਲਫ ਐਸਟੀਮ ਹਾਈ ਹੋਏਗੀ ਓਨੇ ਹੀ ਅਸੀਂ ਲਾਈਫ ਦੇ ਵਿੱਚ ਸੁਪਨੇ ਰੱਖਾਂਗੇ, ਨਾਟ ਨੈਸੈਸਰੀਲੀ ਇਨ ਅ ਕਰੀਅਰ ਔਰ ਫਾਈਨੈਂਸ਼ੀਅਲ ਸੈਂਸ। ਸੋ ਸਿਰਫ ਇਹ ਨਹੀਂ ਕਿ ਅਸੀਂ ਆਪਣੀ ਕੋਈ ਕੈਰੀਅਰ ਦੇ ਵਿੱਚ, ਪ੍ਰੋਫੈਸ਼ਨ ਦੇ ਵਿੱਚ ਹੀ ਉੱਚੇ ਉੱਠਣ ਦੀ ਗੱਲ ਨਹੀਂ ਹੈ, ਜਾਂ ਸਿਰਫ ਬਹੁਤ ਅਮੀਰ ਹੋਣ ਦੀ ਹੀ ਸੁਪਨਾ ਦੇਖਣ ਦੀ ਗੱਲ ਨਹੀਂ ਹੈ। ਹੋਰ ਵੀ ਕਈ ਚੀਜ਼ਾਂ ਜਿਨ੍ਹਾਂ ਵਿੱਚ ਕਿ ਅਸੀਂ ਪ੍ਰਾਪਤੀਆਂ ਜਿਹੜਾ ਹਾਈ ਸੈਲਫ ਐਸਟੀਮ ਵਾਲਾ ਵਿਅਕਤੀ ਹੈ ਉਹ ਬਹੁਤ ਅਚੀਵ ਕਰ ਸਕਦਾ ਹੈ। ਬਟ ਇਨ ਟਰਮਸ ਆਫ ਵਾਟ ਵੀ ਹੋਪ ਟੂ ਐਕਸਪੀਰੀਅੰਸ ਇਨ ਲਾਈਫ। ਅਤੇ ਸੋ ਫਿਰ ਅਸੀਂ ਹਰ ਚੀਜ਼ ਹੀ ਪਾਉਣਾ ਚਾਹੁੰਦੇ ਹਾਂ ਜਦੋਂ ਸਾਡੀ ਹਾਈ ਸੈਲਫ ਐਸਟੀਮ ਹੁੰਦੀ ਹੈ, ਇਮੋਸ਼ਨਲੀ, ਰੋਮੈਂਟਿਕਲੀ, ਇੰਟਲੈਕਚੁਅਲੀ, ਕ੍ਰੀਏਟਿਵਲੀ ਐਂਡ ਸਪਿਰਿਚੁਅਲੀ। ਸੋ ਅਸੀਂ ਹਰ ਤਰ੍ਹਾਂ ਦੀ ਫੁਲਫਿਲਮੈਂਟ ਚਾਹੁੰਦੇ ਹਾਂ ਵੈਨ ਵੀ ਹੈਵ ਅ ਹਾਈ ਸੈਲਫ ਐਸਟੀਮ। Here we aspire for all kinds of fulfillment। The lower our self-esteem, the less we aspire to and the less we are likely to achieve। ਔਰ ਜਿੰਨੀ ਸਾਡੀ ਨੀਵੀਂ ਸੈਲਫ ਐਸਟੀਮ ਹੋਊਗੀ ਓਨੇ ਹੀ ਸਾਡੇ ਨੀਵੇਂ ਸੁਪਨੇ ਹੋਣਗੇ, ਘੱਟ ਦੀ ਖਵਾਹਿਸ਼ ਰੱਖਾਂਗੇ। ਔਰ ਨੈਚੁਰਲੀ ਜਦੋਂ ਤੁਹਾਡੇ ਕੋਲ ਸੁਪਨੇ ਹੀ ਤੁਸੀਂ ਸੋਚਿਆ ਹੀ ਨਹੀਂ ਹੈ, ਕੋਈ ਪਰਪਸ ਹੀ ਨਹੀਂ ਹੈ, ਤੁਸੀਂ ਕੋਈ ਚੀਜ਼ ਹਾਸਿਲ ਹੀ ਨਹੀਂ ਕਰਨਾ ਚਾਹੁੰਦੇ, ਤਾਂ ਫਿਰ ਤੁਸੀਂ ਹਾਸਿਲ ਵੀ ਨਹੀਂ ਕਰ ਪਾਉਂਦੇ। Either path tends to be self-reinforcing and self-perpetuating। Now either path ਦਾ ਮਤਲਬ ਹੀ ਕੀ ਹੈ ਕਿ ਉੱਚੇ ਸੁਪਨੇ ਦੇਖਣਾ, ਮੈਂ ਬੜੇ ਸਿੰਪਲ ਵਰਡਸ ਵਿੱਚ ਤੁਹਾਨੂੰ ਦੱਸ ਰਹੀ ਹਾਂ। ਅਤੇ ਦੂਸਰਾ ਪਾਥ ਕੀ ਹੈ, ਕਹਿੰਦਾ ਨਾ ਦੋਨੋਂ ਰਸਤਿਆਂ 'ਚੋਂ ਜਿਹੜੇ ਦੋਨੋਂ ਰਸਤੇ ਹੈ ਉਹ ਕਿੱਦਾਂ ਦੇ ਹੈਗੇ ਆ, ਉਹ ਅੱਗੇ ਜਾ ਕੇ ਫਿਰ ਸਾਨੂੰ ਉਹੀ ਚੀਜ਼ਾਂ ਦੁਬਾਰਾ ਦਿੰਦੇ ਹੈ। ਫੋਰ ਐਗਜ਼ਾਮਪਲ, ਇਫ ਵੀ ਹੈਵ ਗ੍ਰੇਟ ਡਰੀਮਸ then we achieve those dreams, and if we do not have big dreams, yes, small dreams है, फिर मिलूगा भी छोटा, तो फिर की होएगा, then ਅਸੀਂ ਨੀਵੇਂ ਤੋਂ ਨੀਵੇਂ ਹੁੰਦੇ ਜਾਵਾਂਗੇ। ਸੋ ਈਦਰ ਪਾਥ ਇਜ਼ ਸੈਲਫ ਰੀਇਨਫੋਰਸਿੰਗ ਐਂਡ ਸੈਲਫ ਪਰਪੈਚੁਏਟਿੰਗ। ਮਤਲਬ ਜਿਹਦੇ ਬਿਗ ਡਰੀਮਸ ਹੈ ਉਹ ਸੁਪਨਾ ਰੱਖ ਕੇ ਫਿਰ ਉਹਦੀ ਅਚੀਵਮੈਂਟ ਵੀ ਬਿਗ ਹੈ, ਉਸ ਤੋਂ ਬਾਅਦ ਫਿਰ ਉਹ ਉੱਪਰ ਉਚਾਈਆਂ 'ਤੇ ਹੀ ਜਾਂਦਾ ਹੈ। ਔਰ ਜਿਹੜਾ ਵਿਅਕਤੀ ਦੇ ਸੁਪਨੇ ਹੀ ਛੋਟੇ ਹੈ ਉਹ ਫਿਰ ਨੈਚੁਰਲੀ ਲੋ ਸੈਲਫ ਐਸਟੀਮ ਹੈ ਕਿ ਮੈਨੂੰ ਇਸ ਤੋਂ ਜ਼ਿਆਦਾ ਕੀ ਮਿਲਣਾ ਹੈ, ਮੇਰੇ ਵਾਸਤੇ ਤਾਂ ਇੰਨੇ ਕੁ ਦੀ ਨੌਕਰੀ ਚਲੋ 5-6 ਹਜ਼ਾਰ ਦੀ ਹੋ ਜਾਵੇ, ਮੈਨੂੰ ਹੋਰ ਕੀ ਮਿਲ ਸਕਦਾ ਹੈ। ਫਿਰ ਨੈਚੁਰਲੀ ਤੁਹਾਨੂੰ 5-6 ਹਜ਼ਾਰ ਦੀ ਨੌਕਰੀ ਤੁਸੀਂ ਇੰਨੀ ਕੀ ਮਿਲੂਗੀ, ਔਰ ਫਿਰ ਉਸ ਤੋਂ ਬਾਅਦ ਕੀ ਹੋਊਗਾ, ਨੀਵੇਂ ਤੋਂ ਨੀਵੇਂ ਹੀ ਤੁਸੀਂ ਜਾਂਦੇ ਜਾਓਗੇ। ਸੋ ਦਿਸ ਇਜ਼ ਬਿਕੋਜ਼ ਆਫ ਲੋ ਸੈਲਫ ਐਸਟੀਮ, ਕਿ ਪਹਿਲਾਂ ਹੀ ਸੋਚ ਲਿਆ ਕਿ ਮੈਨੂੰ ਤਾਂ ਵਧੀਆ ਤਾਂ ਮਿਲ ਹੀ ਨਹੀਂ ਸਕਦੀ, ਇੰਨੀ ਕੁ ਮਿਲ ਜਾਵੇ, ਮਾੜਾ ਮੋਟਾ ਗੁਜ਼ਾਰਾ ਹੋ ਜਾਵੇ। ਫਿਰ ਉਹ ਮਾੜਾ ਮੋਟਾ ਕਰਦੇ ਕਰਦੇ ਕੀ ਹੋ ਜਾਂਦਾ, ਨੀਵਾਂ ਹੀ ਵਿਅਕਤੀ ਚਲਾ ਜਾਂਦਾ। ਨੈਕਸਟ ਦੇਖੋ, the higher our self-esteem, the stronger the drive to express ourselves, reflecting the sense of richness within। ਸੋ ਜਿੰਨੀ ਸਾਡੀ ਸੈਲਫ ਐਸਟੀਮ ਹਾਈ ਹੋਏਗੀ ਓਨਾ ਹੀ ਅਸੀਂ ਕੀ ਕਰਾਂਗੇ, ਓਨਾ ਹੀ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ, ਆਪਣੀਆਂ ਭਾਵਨਾਵਾਂ ਨੂੰ ਅਸੀਂ ਵਿਅਕਤ ਕਰਨਾ ਚਾਹਾਂਗੇ। ਕਿਉਂਕਿ ਸਾਨੂੰ ਜਾਂ ਭਾਵਨਾਵਾਂ ਨੂੰ ਜਾਂ ਵਾਟ ਐਵਰ
thoughts we have, whatever emotions we have, whatever is there inside us, we want to express that because we feel that we have a rich inside ਕਿ ਸਾਨੂੰ ਕੀ ਲੱਗਦਾ ਕਿ ਸਾਡੇ ਥਾਟਸ ਜਿਹੜੇ ਹੈਗੇ ਉਹ ਕੀ ਹੈ, ਉਹ ਬੜੇ ਵਧੀਆ ਹੈਗੇ ਹੈ, ਸੋ ਅਸੀਂ ਉਹਨਾਂ ਨੂੰ ਵਿਅਕਤ ਵੀ ਕਰਨਾ ਚਾਹੁੰਦੇ ਹਾਂ। The lower our self-esteem, the more urgent the need to prove ourselves or to forget ourselves by living mechanically. So ਜਿੰਨਾ ਸਾਡੀ ਜਦੋਂ lower self-esteem ਹੈ ਫਿਰ ਕੀ ਹੈ, ਫਿਰ ਅਸੀਂ ਵੀ live mechanically ਕਿ ਸਾਨੂੰ ਕੋਈ ਇੱਦਾਂ ਦੀ ਖੁਆਇਸ਼ ਨਹੀਂ ਹੁੰਦੀ ਕਿ ਅਸੀਂ ਆਪਣੀਆਂ ਭਾਵਨਾਵਾਂ ਦੀ ਜਾਂ ਥਾਟਸ ਦੀ ਅਸੀਂ ਉਹਨਾਂ ਨੂੰ ਵਿਅਕਤ ਕਰੀਏ, ਐਕਸਪ੍ਰੈਸ ਕਰੀਏ। ਸੋ ਅਸੀਂ ਇੱਕ ਮਕੈਨੀਕਲ ਜੀਵਨ ਫਿਰ ਜੀਨੇ ਹਾਂ। The higher our self-esteem, the more open, honest and appropriate our communications are likely to be. So ਜਿੰਨੀ ਸਾਡੀ self-esteem high ਹੈ ਉਨਾ ਹੀ ਅਸੀਂ ਕੀ ਕਰਾਂਗੇ, ਉਨਾ ਹੀ ਅਸੀਂ ਆਪਣੇ ਲੋਕਾਂ ਦੇ ਨਾਲ ਜਿਹੜੀ ਸਾਡੀ ਕਮਿਊਨੀਕੇਸ਼ਨ ਹੈ ਉਨੀ ਹੀ ਕੀ ਹੋਊਗੀ, ਓਪਨ ਹੋਊਗੀ, ਉਨੀ ਹੀ ਓਨੈਸਟ ਹੋਏਗੀ ਔਰ ਉਨੀ ਹੀ ਸਹੀ ਹੋਏਗੀ। ਮਤਲਬ ਅਸੀਂ ਕਮਿਊਨੀਕੇਟ ਵਧੀਆ ਤਰ੍ਹਾਂ ਨਾਲ ਕਰ ਪਾਉਂਦੇ ਹਾਂ ਇਫ ਵੀ ਹੈਵ। ਸੋ ਇਹ ਬੜੀਆਂ ਕਾਮਨ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਜੇ ਸੋਚ ਕੇ ਦੇਖੋ ਤਾਂ these you can ਅੰਡਰਸਟੈਂਡ ਵੈਰੀ ਈਜ਼ੀਲੀ ਕਿ ਜਿੰਨੀ ਸਾਡੀ ਓਨਾ ਹੀ ਅਸੀਂ ਕਮਿਊਨੀਕੇਟ ਕਰਦੇ ਹਾਂ ਲੋਕਾਂ ਨਾਲ। ਜਿੰਨੀ ਜਿਹਦੀ ਲੋ ਸੈਲਫ ਐਸਟੀਮ ਹੈ ਉਹ ਕਮਿਊਨੀਕੇਟ ਨਹੀਂ ਕਰਦਾ ਕਿਉਂਕਿ ਉਹਨੂੰ ਕੀ ਲੱਗਦਾ ਕਿ ਮੇਰੇ ਬੇਕਾਰ ਜੇ ਥਾਟਸ ਹੈਗੇ ਆ, ਮੇਰੇ ਬੇਕਾਰ ਜੇ ਆਈਡੀਆਜ਼ ਹੈ ਔਰ ਉਹ ਕਿਸੇ ਦੇ ਸਾਹਮਣੇ ਰੱਖਦਾ ਵੀ ਨਹੀਂ ਹੈ। ਸੋ the higher our self-esteem, the more open, honest and appropriate our communications are likely to be because we believe our thoughts have value and therefore we welcome rather than fear the clarity. So ਜਿੰਨੀ ਸਾਡੀ ਹਾਇਰ ਸੈਲਫ ਐਸਟੀਮ ਹੈ ਉਨਾ ਹੀ ਅਸੀਂ ਆਪਣੀ ਗੱਲ ਖੁੱਲ੍ਹ ਕੇ ਸਾਹਮਣੇ ਰੱਖਦੇ ਹਾਂ ਕਿਉਂਕਿ ਸਾਨੂੰ ਕੀ ਲੱਗਦਾ ਹੈ ਕਿ ਸਾਡੇ ਵਿਚਾਰ ਸੁਣਨ ਦੇ ਯੋਗ ਹੈ ਐਂਡ ਵੀ ਵੈਲਕਮ ਰਾਦਰ ਦੈਨ ਫੀਅਰ ਦ ਕਲੈਰਿਟੀ। ਔਰ ਸਾਨੂੰ ਕੀ ਲੱਗਦਾ ਹੈ ਕਿ ਵੀ ਸੀਕ ਕਲੈਰਿਟੀ ਕਿ ਜਿਹੜੀ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਜਾਏ ਕਿ ਔਰ ਜਿਹਦੇ ਵਿੱਚ ਲੋ ਸੈਲਫ ਐਸਟੀਮ ਹੈ ਉਹ ਕਦੀ ਵੀ ਸਵਾਲ ਨਹੀਂ ਬਹੁਤੇ ਪੁੱਛਦੇ। ਉਹਨਾਂ ਨੂੰ ਕੀ ਲੱਗਦਾ ਕਿ ਲੋਕ ਕੀ ਸੋਚਣਗੇ, ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਕਿੰਨੇ ਨਲਾਇਕ ਹੈਗੇ ਆ। ਜਦੋਂ ਕਿ ਜਿਨ੍ਹਾਂ ਵਿੱਚ ਹਾਈ ਸੈਲਫ ਐਸਟੀਮ ਉਹਨਾਂ ਨੂੰ ਕੀ ਲੱਗਦਾ ਕਿ ਇਹ ਚੀਜ਼ ਜੇ ਨਹੀਂ ਆਉਂਦੀ ਆਈ ਸ਼ੁੱਡ ਸੀਕ ਕਲੈਰਿਟੀ ਕਿ ਇਹਦੇ ਬਾਰੇ ਮੈਂ ਕਲੀਅਰ ਹੋਵਾਂ, ਕਿਸੇ ਨੂੰ ਪੁੱਛ ਲਵਾਂ। ਸੋ ਦੇਖੋ ਇਹਨੂੰ ਦ ਲੋਅਰ ਆਵਰ ਸੈਲਫ ਐਸਟੀਮ ਦ ਮੋਰ ਮਡੀ, ਇਵੇਸਿਵ ਐਂਡ ਇਨਐਪਰੋਪ੍ਰੀਏਟ ਆਵਰ ਕਮਿਊਨੀਕੇਸ਼ਨਸ ਆਰ ਲਾਈਕਲੀ ਟੂ ਬੀ। ਸੋ ਜਿੰਨੀ ਸਾਡੀ ਸੈਲਫ ਐਸਟੀਮ ਲੋ ਹੈਗੀ ਹੈ ਓਨਾ ਹੀ ਕੀ ਹੋਏਗਾ, ਆਵਰ ਕਮਿਊਨੀਕੇਸ਼ਨ ਇਜ਼ ਮਡੀ ਮੀਨਸ ਕਿ whatever we say other people do not understand that ਕਿਉਂਕਿ ਸਾਡੀ ਕਮਿਊਨੀਕੇਸ਼ਨ ਕੀ ਹੋ ਜਾਂਦੀ ਹੈ ਉਹਦੇ ਵਿੱਚ ਕਲੈਰਿਟੀ ਨਹੀਂ ਹੁੰਦੀ। ਜਿੱਦਾਂ ਇੱਕ ਪਾਣੀ ਹੈ, ਸਾਫ਼ ਪਾਣੀ ਨਹੀਂ ਹੈ, ਉਹ ਕਿਹੜਾ ਹੈਗਾ, ਮਿੱਟੀ ਵਾਲਾ ਪਾਣੀ ਹੈ ਜਿਹਦੇ ਵਿੱਚ ਕੁਝ ਦਿਖਦਾ ਹੀ ਨਹੀਂ ਹੈਗਾ। ਸੋ ਮਡੀ, ਇਵੇਸਿਵ ਦਾ ਵੀ ਇਹੀ ਮਤਲਬ ਹੈ ਜਿਹਦਾ ਕਿ ਕੋਈ ਸਾਫ਼ ਤੁਸੀਂ ਕੱਢ ਨਹੀਂ ਸਕਦੇ, ਕੋਈ ਨਿਚੋੜ ਨਹੀਂ ਕੱਢ ਸਕਦੇ ਵਾਟ ਦ ਅਦਰ ਪਰਸਨ ਵਾਂਟਸ ਟੂ ਸੇ। ਇਵੇਸਿਵ ਕਿ ਤੁਸੀਂ ਆਪਣੀਆਂ ਗੋਲਮੋਲ ਜੀ ਗੱਲ ਕਰੋਗੇ, ਸਿੱਧੀ ਗੱਲ ਨਹੀਂ ਕਰਦੇ, ਕਲੀਅਰ ਗੱਲ ਨਹੀਂ ਕਰਦੇ ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਸਾਡੇ ਥਾਟਸ ਜਿਹੜੇ ਆ ਉਹ ਕੋਈ ਵਧੀਆ ਨਹੀਂ ਹੈ ਜਾਂ ਸਹੀ ਨਹੀਂ ਹੈ ਜਾਂ ਸਾਡੀ ਜਿਹੜਾ ਰਾਏ ਹੈ ਉਹ ਕੀ ਹੈ, ਉਹ ਬੇਕਾਰ ਹੈਗੀ ਹੈ। ਸੋ ਐਂਡ ਇਨਐਪਰੋਪ੍ਰੀਏਟ ਫਿਰ ਸਾਡੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਵੀ ਸਹੀ ਨਹੀਂ ਹੁੰਦੀ। ਅਸੀਂ ਪੁੱਠੀਆਂ ਗੱਲਾਂ ਕਰਦੇ ਹਾਂ, ਪੁੱਛਦਾ ਕੋਈ ਹੋਰ ਹੈ, ਅਸੀਂ ਗੱਲ ਕੋਈ ਹੋਰ ਕਰਦੇ ਹਾਂ ਬਿਕੋਜ਼ ਵੀ ਲੈਕ ਇਨ confidence, because of uncertainty about our own thoughts and feelings and anxiety about the listener's response. So ਇਹ ਕਿਉਂ ਹੁੰਦਾ ਕਿਉਂਕਿ then we are uncertain about our own thoughts. ਸਾਨੂੰ ਕੀ ਲੱਗਦਾ ਕਿ ਸਾਡੇ ਪਤਾ ਨਹੀਂ ਜੋ ਅਸੀਂ ਸੋਚਦੇ ਹਾਂ ਉਹ ਸਹੀ ਵੀ ਹੈਗਾ ਕਿ ਬਿਲਕੁਲ ਹੀ ਮੂਰਖਤਾ ਵਾਲੀ ਗੱਲ ਹੈ। ਸੋ ਜਦੋਂ ਸਾਡੇ ਦਿਮਾਗ 'ਚ ਇਹ ਆ ਜਾਂਦਾ ਫਿਰ ਅਸੀਂ ਕਮਿਊਨੀਕੇਟ ਨਹੀਂ ਕਰ ਪਾਉਂਦੇ ਔਰ ਸਾਡੀ ਜੇ ਅਸੀਂ ਕਰਦੇ ਵੀ ਹਾਂ ਕਮਿਊਨੀਕੇਟ ਤਾਂ ਉਹਦੇ ਵਿੱਚ ਕਲੈਰਿਟੀ ਦੀ ਕਮੀ ਹੁੰਦੀ ਹੈ ਕਿਉਂਕਿ ਅਸੀਂ ਸਾਫ਼ ਗੱਲ ਕਰਨ ਤੋਂ ਡਰਦੇ ਹਾਂ ਕਿ ਦੂਸਰਾ ਹੱਸੇ ਨਾ ਸਾਡੇ ਉੱਤੇ। ਸੋ ਬਿਕੋਜ਼ ਵੀ ਹੈਵ ਦੈਨ ਐਂਗਜ਼ਾਈਟੀ ਅਬਾਊਟ ਦ ਲਿਸਨਰਸ ਰਿਸਪੌਂਸ ਕਿ ਸਾਨੂੰ ਇਹ ਡਰ ਹੁੰਦਾ ਹੈ ਕਿ ਸੁਣਨ ਵਾਲਾ ਸਾਡੇ 'ਤੇ ਕਿਤੇ ਲਿਸਨਰ ਸਾਡੇ 'ਤੇ ਹੱਸੇ ਨਾ।
ਸੋ ਇਸ ਕਰਕੇ ਸਾਨੂੰ ਇਸ ਚੀਜ਼ ਦੀ ਫਿਕਰ ਹੁੰਦੀ ਹੈ, ਅਤੇ ਓਨਾ ਹੀ ਅਸੀਂ ਫਿਰ ਜਦੋਂ ਗੱਲ ਕਰਦੇ ਹਾਂ ਉਹਦੇ ਵਿੱਚ ਕੋਈ ਸਿਰ ਪੈਰ ਨਹੀਂ ਹੁੰਦਾ, ਕੋਈ ਕਲੈਰਿਟੀ ਨਹੀਂ ਹੁੰਦੀ। The higher our self-esteem, the more disposed we are to form nourishing rather than toxic relationships. So ਜਿੰਨੀ ਸਾਡੀ ਸੈਲਫ ਐਸਟੀਮ ਹਾਈ ਹੋਊਗੀ ਓਨਾ ਹੀ ਅਸੀਂ ਕੀ ਕਰਾਂਗੇ, ਅਸੀਂ we will form nourishing relationships, ਇੱਦਾਂ ਦੇ ਰਿਸ਼ਤੇ ਕਾਇਮ ਕਰਾਂਗੇ, ਇੱਦਾਂ ਦੀਆਂ ਫਰੈਂਡਸ਼ਿਪਸ ਫਾਰਮ ਕਰਾਂਗੇ ਜਿਹੜੀਆਂ ਕਿ ਸਾਨੂੰ ਨਰਿਸ਼ ਕਰਨਗੀਆਂ, ਜਿਹੜੀਆਂ ਕਿ ਸਾਡੇ ਵਿਅਕਤੀਤਵ ਨੂੰ, ਪਰਸਨੈਲਿਟੀ ਨੂੰ ਨਿਖਾਰਨਗੀਆਂ, ਸਾਨੂੰ ਖੁਸ਼ੀ ਦੇਣਗੀਆਂ। ਔਰ ਟੌਕਸਿਕ ਰਿਸ਼ਤੇ ਕਿਹੜੇ ਹੁੰਦੇ, ਜਿਹੜੇ ਕਿ ਸਾਨੂੰ ਨੁਕਸਾਨ ਪਹੁੰਚਾਉਣ, ਜਿਹੜੇ ਦ ਰਿਲੇਸ਼ਨਸ਼ਿਪਸ ਦੈਟ ਮੇਕ ਅਸ ਅਨਹੈਪੀ ਆਰ ਟੌਕਸਿਕ, ਜਿਹੜੇ ਕਿ ਸਾਨੂੰ ਨਿਰਾਸ਼ਾ ਦਿੰਦੇ ਹੈ, ਦੁੱਖ ਦਿੰਦੇ ਹੈ, ਟੌਕਸਿਕ, ਜਿਹਦੇ ਵਿੱਚ ਕਿ ਸਾਨੂੰ ਕੀ ਲੱਗਦਾ ਕਿ ਦੂਸਰਾ ਵਿਅਕਤੀ ਸਾਨੂੰ ਬਹੁਤ ਜ਼ਿਆਦਾ ਸਾਡੇ ਉੱਤੇ ਰੋਬ ਚਲਾ ਰਿਹਾ ਹੈ, ਸਾਨੂੰ ਇਸਤੇਮਾਲ ਕਰ ਰਿਹਾ ਹੈ। ਦੋਜ਼ ਆਰ ਦਾ ਟੌਕਸਿਕ ਰਿਲੇਸ਼ਨਸ਼ਿਪਸ ਐਂਡ ਦੇ ਡੂ ਨਾਟ ਗਿਵ ਅਸ ਹੈਪੀਨੈਸ। ਸੋ ਇਸ ਦੇ ਉਲਟ ਜਿਹੜਾ ਨਰਿਸ਼ਿੰਗ ਰਿਲੇਸ਼ਨਸ਼ਿਪਸ ਹੁੰਦੇ, ਜਿਹੜੇ ਕਿ ਸਾਨੂੰ ਖੁਸ਼ੀ ਦਿੰਦੇ ਹੈ, ਇਹ ਸਾਨੂੰ ਕੀ ਲੱਗਦਾ ਦੈਟ ਸਮਬਡੀ ਕੇਅਰਸ ਫॉर ਅਸ, ਸਮਬਡੀ ਕੇਅਰਸ ਫॉर ਆਵਰ ਓਪੀਨੀਅਨਸ। ਸੋ ਇਹ ਕੀ ਹੈ, ਦੀਜ਼ ਆਰ ਦ ਨਰਿਸ਼ਿੰਗ ਰਿਲੇਸ਼ਨਸ਼ਿਪਸ। ਸੋ ਜਿੰਨੀ ਜਦੋਂ ਸਾਡੀ ਸੈਲਫ ਐਸਟੀਮ ਵੀ ਹਾਈ ਹੈ ਤਾਂ ਅਸੀਂ ਫਿਰ ਰਿਸ਼ਤੇ ਵੀ ਕਿਹੜੇ ਫਾਰਮ ਕਰਦੇ ਹਾਂ, ਜਿਹੜੇ ਕਿ ਸਾਨੂੰ ਖੁਸ਼ੀ ਦਿੰਦੇ ਆ। ਕਲੀਅਰ? ਸੋ ਇਹਨੂੰ ਥੋੜ੍ਹੀ ਜਿਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ। ਫੋਰ ਐਗਜ਼ਾਮਪਲ ਦ ਫਰੈਂਡਸ ਦੈਟ ਯੂ ਮੇਕ ਡਿਊਰਿੰਗ ਯੋਰ ਸਟੂਡੈਂਟ ਲਾਈਫ, ਇਹ ਜਿਹੜੇ ਕਿ ਸੋ ਇਨ ਯੋਰ ਸਟੂਡੈਂਟ ਲਾਈਫ ਯੂ ਫਾਰਮ ਮੈਨੀ ਫਰੈਂਡਸ਼ਿਪਸ। So if you have a low self-esteem, then what will happen? Then you will think that your personality is not at all good, you are a boring person. So ਜੇ low self-esteem ਹੋਵੇ, ਸਾਨੂੰ ਫਿਰ ਕੀ ਲੱਗਦਾ ਕਿ ਜਿਹੜੀ ਇਹ ਜੇ ਮੇਰੀ ਕੋਈ ਫਰੈਂਡ ਬਣੀ ਹੈ, for I am just giving you the example of the girls only here, that ਤੁਹਾਨੂੰ ਕੀ ਲੱਗਦਾ ਕਿ ਇਹ ਮੇਰੀ ਫਰੈਂਡ ਬਣੀ ਹੈ ਤਾਂ ਇਹਨੇ ਜਲਦੀ ਹੀ ਮੇਰੇ ਤੋਂ ਬੋਰ ਹੋ ਜਾਣਾ ਹੈ, ਜਾਂ ਮੈਂ ਤਾਂ ਇੰਨੀ ਆਈ ਐਮ ਨੋਟ ਐਟ ਆਲ ਇੰਟੈਲੀਜੈਂਟ। ਸੋ ਇਹਨੂੰ ਕੋਈ ਵੀ ਔਰ ਇਹ ਲੜਕੀ ਸ਼ੀ ਵਿਲ ਨਾਟ ਫਾਰਮ ਮਾਈ ਕੰਪਨੀ, ਸ਼ੀ ਵਿਲ ਨਾਟ ਫਾਈਂਡ ਮਾਈ ਕੰਪਨੀ ਇੰਟਰਸਟਿੰਗ, ਸ਼ੀ ਵਿਲ ਗੈਟ ਬੋਰਡ ਵੈਰੀ ਸੂਨ। ਫਿਰ ਤੁਸੀਂ ਕੀ ਕਰਦੇ ਹੋ ਉਸ ਫਰੈਂਡਸ਼ਿਪ ਨੂੰ ਰਿਟੇਨ ਕਰਨ ਵਾਸਤੇ? ਯੂ ਮੇਕ ਮੈਨੀ ਸੈਕਰੀਫਾਈਸਿਸ, ਯੂ ਕੰਪਰੋਮਾਈਜ਼ ਅ ਲੋਟ। ਕਲੀਅਰ? ਕਿ ਉਹ ਵਾਲੇ ਦੂਸਰੇ ਵਿਅਕਤੀ ਨੂੰ ਪਤਾ ਲੱਗ ਜਾਂਦਾ ਕਿ ਯੂ ਲੈਕ ਇਨ ਕੌਨਫੀਡੈਂਸ। ਫਿਰ ਤੁਸੀਂ ਹਰ ਵਾਰੀ ਕੰਮ ਕਰਕੇ ਦੇਈ ਜਾਂਦੇ ਹੋ, ਕੰਪਰੋਮਾਈਜ਼ ਕਰਦੇ ਹੋ, ਤੁਹਾਡੇ 'ਤੇ ਰੋਬ ਜਮਾਉਂਦਾ ਅਗਲਾ ਵਿਅਕਤੀ। ਸੋ ਇਹ ਫਿਰ ਰਿਲੇਸ਼ਨਸ਼ਿਪ ਕੀ ਹੈਗਾ? ਟੌਕਸਿਕ, ਜਿਹਦੇ ਵਿੱਚ ਕਿ ਦੂਸਰਾ ਵਿਅਕਤੀ ਤੁਹਾਡੀਆਂ ਫੀਲਿੰਗਸ ਦੀ ਪਰਵਾਹ ਨਹੀਂ ਕਰ ਰਿਹਾ, ਔਰ ਤੁਸੀਂ ਹਰ ਵਾਰੀ ਕੰਪਰੋਮਾਈਜ਼ ਕਰ ਰਹੇ ਹੋ। ਹਰ ਵਾਰੀ ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਛੱਡ ਕੇ ਨਾ ਮੇਰੀ ਫਰੈਂਡ ਕਿਤੇ ਚਲੀ ਨਾ ਜਾਵੇ। ਸੋ ਦੈਟ ਇਜ਼ ਅ ਟੌਕਸਿਕ ਰਿਲੇਸ਼ਨਸ਼ਿਪ, ਜਿਹਦੇ ਵਿੱਚ ਕਿ the other person is not at all bothered about your feelings. Health is attracted to health. Vitality and expansiveness in others are naturally more appealing to persons of good self-esteem than are emptiness and dependency. So ਜਿਸ ਤਰ੍ਹਾਂ ਕਿ health is attracted to health, ਇਸੇ ਤਰ੍ਹਾਂ ਦੇ ਨਾਲ ਜਿਹੜੇ the people who have high self-esteem, they attract many friends. ਉਹਨਾਂ ਦੇ ਫਰੈਂਡਸ ਵੀ ਬਹੁਤ ਬਣਦੇ ਆ, ਔਰ ਉਹਨਾਂ ਦੀ ਜਿਹੜੀਆਂ ਰਿਲੇਸ਼ਨਸ਼ਿਪਸ ਹੁੰਦੀਆਂ ਉਹ ਕੀ ਹੁੰਦੀਆਂ? ਨਰਿਸ਼ਿੰਗ ਹੁੰਦੀਆਂ, ਜਿਹੜੀਆਂ ਕਿ ਉਹਨਾਂ ਨੂੰ ਕੁਛ ਦਿੰਦੀਆਂ, ਅਮੀਰ ਬਣਾ ਦਿੰਦੀਆਂ, ਜਿਹੜੀਆਂ ਕਿ ਅਮੀਰ ਇਨ ਦ ਸੈਂਸ ਕਿ ਖੁਸ਼ੀ ਦਿੰਦੀਆਂ, ਕਿ ਦੂਸਰੇ ਲੋਕ ਉਹਨਾਂ ਦੀ ਪਰਵਾਹ ਕਰਦੇ ਹੈ। ਸੋ ਨਾਓ ਆਈ ਮੇਕ ਐਨ ਐਂਡ ਐਂਡ ਵੀਲ ਕੰਟੀਨਿਊ ਵਿਦ ਇਟ in the next lecture.